मैं बीबी कमलजीत कौर नूं ते बलवंत सिंह राजोआने नूं पुछना चाहुंदा है कि 95 तो लैके हुण तक 27 साल हो गए ने। तेरा बादल दल 3 वारी पंजाब की असैंबली ते कब्ज़ लिया और ओपोजिशन च भी रहे ने, लोक सभा च भी रहे ने ते राज सभा च भी रहे ने, है ना। ये सेंटर च मिनिस्ट्रियां भी हंडाइयां ने और पंजाब च इन्होंने सरकार भी हंडाई है। कोई एक रेजोल्यूशन 27 साल च सानूं दस दिन भी जिहड़ा इन्होंने बंदी सिखां की रिलीज़ ਲਈ पाया होए। ਕਿਹੜਾ सवाल है ਜਿਹੜਾ ਬਾਦਲਾਂ ने नहीं 27 ਸਾਲਾਂ ਚ ਪੁੱਛਿਆ ਤੇ ਤੇਰੇ ਪੁੱਛਿਆ ਜਿਹੜੇ ਬੰਦੀ ਸਿੰਘ ਮੋਦੀ ਨੇ ਛੱਡ ਦੇਣੇ ਨੇ। ਸਾਰਾ ਪੰਥ ਮੋਦੀ ਨੂੰ ਕਹਿ ਰਿਹਾ ਕਿ ਸਾਨੂੰ ਮੁਲਾਕਾਤ ਦਾ ਟਾਈਮ ਦੇ। ਅਸੀਂ ਤਿੰਨਾਂ ਬੰਦੀ ਸਿੰਘਾਂ ਦੇ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਹਾਂ। ਮੋਦੀ ਸਾਹਿਬ ਤਾਂ ਸਾਨੂੰ ਟਾਈਮ ਹੀ ਨਹੀਂ ਦੇ ਰਹੇ। ਅੱਜ ਵੀ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਸਟੈਂਡ ਸੀ ਕਿ ਸਭ ਤੋਂ ਪਹਿਲੇ ਤੇ ਇੰਡੀਅਨ ਸਟੇਟ ਸਪਸ਼ਟ ਕਰੇ ਵੀ ਉਹ ਬੰਦੀ ਸਿੱਖਾਂ ਨੂੰ ਕਿਹੜੀਆਂ ਸ਼ਰਤਾਂ ਤੇ ਛੱਡਣੀਆਂ ਚਾਹੁੰਦੀ ਹੈ। ਬਾਦਲ ਦਾ ਬਿਆਨ ਆਇਆ ਅੱਜ, ਉਹ ਕਹਿੰਦੇ ਵੀ ਬੰਦੀ ਸਿੰਘਾਂ ਦੇ ਲਈ ਸਿਮਰਜੀਤ ਮਾਨ ਇਹ ਚੋਣ ਛੱਡ ਦੇਣ। ਅਸੀਂ 2024 ਦੇ ਵਿੱਚ ਜਿੱਥੋਂ ਉਹ ਕਹਿਣਗੇ MP ਸੀਟ ਤੋਂ ਅਸੀਂ ਖੁਦ ਅਕਾਲੀ ਦਲ ਵੱਲੋਂ ਚੋਣ ਲੜਾਵਾਂਗੇ। ਦੇਖੋ ਪਹਿਲੀ ਤਾਂ ਗੱਲ ਹੈ ਵੀ ਜਿਹੜੀ ਤੁਸੀਂ ਸੁਖਬੀਰ ਦੀ ਗੱਲ ਕਰ ਰਹੇ ਹੋ, ਅਸੀਂ ਤੇ ਤੁਸੀਂ ਤੁਹਾਡੇ ਮੀਡੀਆ 'ਚ ਹੀ ਦੇਖਿਆ ਹੈ ਕਿ ਮਤਲਬ ਉਸ ਬੰਦੇ ਨੂੰ ਤਾਂ ਇਹ ਨਹੀਂ ਪਤਾ ਖਾਦੀ ਪੀਤੀ ਸੀ ਕਿ ਉਹਦਾ ਬਾਪ ਕੌਣ ਹੈ। ਜਿਹੜਾ ਬੰਦਾ ਬਾਪ ਨੂੰ ਵੀ ਆਪਦੇ ਨੂੰ ਕਹਿੰਦਾ ਹੈ ਕਿ ਮੇਰੇ ਪਿਤਾ ਸਮਾਨ ਹੈਗਾ ਹੈ, ਅੱਜ ਜਿਹਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ ਉਹ ਸਾਨੂੰ ਕੀ ਇੰਸ਼ੋਰੈਂਸ ਦਊਗਾ ਵੀ ਤੁਹਾਨੂੰ ਬਣਾ ਦਿਆਂਗੇ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ਤੇ ਸੀ। ਉਹਨਾਂ ਨੇ ਜ਼ਿਕਰ ਕੀਤਾ ਸਿਮਰਜੀਤ ਮਾਨ ਦੀ ਤਲਵਾਰ ਦਾ। ਉਹ ਕਹਿੰਦੇ ਵੀ ਉਹ ਤਲਵਾਰ ਦੀ ਗੱਲ ਕਰਦੇ ਨੇ, ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਭਗਵੰਤ ਸ਼ਰਾਬੀ ਕਿਸਮ ਦਾ ਬੰਦਾ ਹੈ। ਇਹ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਭਗਵੰਤ ਮਾਨ ਨੇ ਕੁਝ ਖਾ ਪੀ ਕੇ ਸਟੇਟਮੈਂਟ ਦਿੱਤੀ ਹੈ। ਅੱਜ ਜਿਹੜਾ ਭਗਵੰਤ ਮਾਨ ਦੀ ਜਿਹੜੀ ਸਟੇਟਮੈਂਟ ਹੈ ਬਹੁਤ ਸਿੱਖ ਵਿਰੋਧੀ ਹੈਗੀ ਹੈ, ਸਿੱਖੀ ਦੇ ਖਿਲਾਫ ਹੈ। ਤੇ ਭਗਵੰਤ ਮਾਨ ਜਿਵੇਂ ਅਸੀਂ ਪਹਿਲੇ ਦਾਅਵਾ ਕਰਦੇ ਸੀ ਵੀ ਇਹ ਦਿੱਲੀ ਦਾ ਹੱਥ ਟੋਕਾ ਹੈਗਾ, ਇਹਨੇ ਪ੍ਰੂਵ ਕਰਤਾ ਵੀ ਜੋ ਦਿੱਲੀ ਕਹੇਗੀ ਕੋਈ ਪੰਜਾਬ 'ਚ ਨਵਾਂ ਬਦਲਾਅ ਨਹੀਂ ਹੈਗਾ। ਜਿਵੇਂ ਕਾਂਗਰਸੀ ਤੇ ਬਦਲ ਕੇ ਦਿੱਲੀ ਦੀ ਬੋਲੀ ਬੋਲਦੇ ਸੀ, ਭਗਵੰਤ ਵੀ ਅੱਜ ਉਸੇ ਤਰ੍ਹਾਂ ਤੇ ਦਿੱਲੀ ਦੀ ਬੋਲੀ ਬੋਲ ਰਿਹਾ ਹੈ। ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਗਾਂਧੀ ਪਰਿਵਾਰ ਨੂੰ ਸ਼ਹੀਦ ਮੰਨਦੇ ਨੇ। ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਟਿੱਪਣੀ? ਪਰ ਮੈਂ ਇਹਨੂੰ ਰਾਜੇ ਵੜਿੰਗ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਤੇਰੀ ਸ਼ਹੀਦ ਮਾਂ ਇੰਦਰਾ ਗਾਂਧੀ ਹੈ ਤੇ ਤੇਰਾ ਸ਼ਹੀਦ ਪਿਤਾ ਜਿਹੜਾ ਰਾਜੀਵ ਗਾਂਧੀ ਹੈ, ਜਿਵੇਂ ਨਾਜ਼ੀਆਂ ਨੇ ਗੈਸ ਚੈਂਬਰਸ ਦੇ ਵਿੱਚ ਯੂਜ਼ ਨੂੰ ਮਾਰਿਆ ਸੀ ਜਰਮਨ 'ਚ 1984 ਦੇ ਵਿੱਚ, ਸਾਡਾ 25 ਤੋਂ 30 ਹਜ਼ਾਰ ਸਿੱਖ ਕਾਂਗਰਸੀ ਸਟੇਟਾਂ ਦੇ ਵਿੱਚ ਤੇਲ ਪਾ ਕੇ ਜਿਉਂਦੇ ਫੂਕਿਆ ਇਹਨਾਂ ਨੇ। ਤੇ ਰਾਜੇ ਵੜਿੰਗ ਨੂੰ ਪੰਜਾਬ ਦੀ ਧਰਤੀ ਤੇ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਇਹਨੂੰ ਕੋਈ ਗੱਲ ਕਰਨ ਤੋਂ ਪਹਿਲੇ ਸੋਚ ਲੈਣਾ ਚਾਹੀਦਾ ਹੈ। ਇੱਕ ਚਮਚਾਗਿਰੀ ਦੀ ਹੱਦ ਹੈ, ਪਰ ਇਹਨੂੰ ਇਹ ਗੱਲ ਪੰਜਾਬ ਦੇ ਲੋਕ ਜਿਹੜੇ ਆ ਸੰਗਰੂਰ ਦੇ ਦੱਸ ਦੇਣਗੇ ਵੀ ਇਹ ਕੀ ਹੈਗਾ। ਸੰਗਰੂਰ ਦੇ ਵਿੱਚ ਜੋ ਲੋਕ ਸਭਾ ਦੀ ਜਿਮਨੀ ਚੋਣ ਹੋਣ ਜਾ ਰਹੀ ਆ, ਉਸ ਦੇ ਵਿੱਚ ਚਰਚਾ ਬੰਦੀ ਸਿੰਘਾਂ ਦੀ ਵੀ ਆ। ਸਾਡੇ ਨਾਲ ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਨੇ ਸਿਮਰਨਜੀਤ ਸਿੰਘ। ਗੱਲਬਾਤ ਕਰਾਂਗੇ। ਜੇਲ੍ਹ ਦੇ ਅੰਦਰੋਂ ਇੱਕ ਚਿੱਠੀ ਆਈ ਆ ਸਿੱਖ ਕੌਮ ਦੇ ਲਈ ਵੀ ਕਿਹੜੇ ਉਮੀਦਵਾਰ ਨੂੰ ਸਮਰਥਨ ਕਰਨਾ। ਇਹਨਾਂ ਦੀ ਮੁਲਾਕਾਤ ਵੀ ਹੋਈ ਆ ਭਾਈ ਜਗਤਾਰ ਸਿੰਘ ਤਾਰਾ ਦੇ ਨਾਲ। ਗੱਲਬਾਤ ਕਰਦੇ ਹਾਂ। ਸਿਮਰਨਜੀਤ ਜੀ, ਭਾਈ ਜਗਤਾਰ ਸਿੰਘ ਤਾਰਾ ਦੇ ਨਾਲ ਮੁਲਾਕਾਤ ਕਰਕੇ ਆਓ ਜੇਲ੍ਹ ਦੇ ਵਿੱਚ। ਸੰਗਰੂਰ ਜਿਮਨੀ ਚੋਣ ਦੇ ਲਈ ਕੌਮ ਦੇ ਨਾਂ ਕੀ ਸੁਨੇਹਾ ਆਇਆ? ਦੇਖੋ, ਮੈਂ 11 ਮਈ ਨੂੰ ਮੁਲਾਕਾਤ ਕੀਤੀ ਸੀ ਭਾਈ ਜਗਤਾਰ ਸਿੰਘ ਤਾਰਾ ਹੁਣਾਂ ਨਾਲ ਜੀ। ਸੋ ਉਦੋਂ ਡਿਸਕਸ਼ਨ ਹੋਈ ਹੈ ਕਿ ਸੰਗਰੂਰ ਦੇ ਵਿੱਚ ਬਾਈ ਇਲੈਕਸ਼ਨ ਜਿਹੜੀ ਹੋ ਰਹੀ ਹੈ ਜੀ, ਉਹਦੇ ਵਿੱਚ ਰਾਜੋਆਣਾ ਸਾਹਿਬ ਦੀ ਸਿਸਟਰ ਵੀ ਖੜੀ ਹੈ ਤੇ ਮਾਨ ਸਾਹਿਬ ਵੀ ਖੜੇ ਨੇ। ਆਪਾਂ ਹਮਾਇਤ ਕਿਹਨੂੰ ਕਰਨੀ ਹੈ ਜੀ। ਸੋ ਭਾਈ ਜਗਤਾਰ ਸਿੰਘ ਤਾਰੇ ਉਹਨਾਂ ਦਾ ਬਹੁਤ ਕਲੀਅਰ ਸੀ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪ੍ਰੇਰਿਤ ਹੋ ਕੇ ਆਏ ਹਾਂ ਜੀ, ਔਰ ਅਸੀਂ ਜੇਲ੍ਹ ਜਿਹੜੀ ਹੈ ਕੌਮ ਦੀ ਆਜ਼ਾਦੀ ਲਈ ਕੱਟ ਰਹੇ ਹਾਂ। ਕਿਉਂਕਿ ਜਿਹੜੀ ਭਾਈ ਜਗਤਾਰ ਸਿੰਘ ਤਾਰੇ ਉਹਨਾਂ ਦਾ ਚੀਫ ਮਿਨਿਸਟਰ ਬੇਅੰਤ ਸਿੰਘ ਕਤਲ ਕੇਸ ਵਿੱਚ ਸਟੈਂਡ ਸੀ, ਉਹਨਾਂ ਨੇ ਬੜਾ ਸਪਸ਼ਟ ਕੀਤਾ ਸੀ ਵੀ ਜਿਹੜੀ ਸਿੱਖ ਕੌਮ ਹੈ 1947 ਤੋਂ ਦਿੱਲੀ ਸਟੇਟ ਨਾਲ ਆਜ਼ਾਦੀ ਦੀ ਲੜਾਈ ਲੜ ਰਹੀ ਹੈ, ਮੈਨੂੰ ਪ੍ਰਿਜ਼ਨਰ ਆਫ ਵਾਰ ਡਿਕਲੇਅਰ ਕੀਤਾ ਜਾਏ। ਕਿਉਂਕਿ ਜਦੋਂ ਦੋ ਸਟੇਟਾਂ ਦੇ ਵਿੱਚ ਜਿਹੜਾ ਬੰਦਾ ਵਾਧੂ ਹੁੰਦਾ ਹੈ ਉਹ ਪ੍ਰਿਜ਼ਨਰ ਆਫ ਵਾਰ ਹੁੰਦਾ, ਜੰਗੀ ਕੈਦੀ ਹੁੰਦਾ ਹੈ। ਸਿੱਖ ਸਟੇਟ ਦੇ ਉੱਪਰ ਜਿਹੜਾ ਸੀ ਜਦੋਂ 1846 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਟ੍ਰੀਟੀ ਕੀਤੀ ਸੀ ਸਿੱਖ ਰਾਜ ਨਾਲੇ। ਉਹਦੇ 'ਚ ਕਹਿੰਦੇ ਸੀ ਵੀ ਜਦੋਂ ਦਲੀਪ ਸਿੰਘ 16 ਸਾਲ ਦਾ ਅਡਲਟ ਹੋ ਜਾਏਗਾ ਅਸੀਂ ਪਾਵਰਸ ਰੀਸਟੋਰ ਕਰ ਦਿਆਂਗੇ। ਮੈਂ ਥੋੜ੍ਹਾ ਜਿਹਾ ਤੁਹਾਡੇ ਨੋਟਿਸ ਲਿਆਉਣਾ ਚਾਹੁੰਦਾ ਕਿ ਅੰਗਰੇਜ਼ ਨੇ ਪੂਰੇ ਹਿੰਦੁਸਤਾਨ ਨੂੰ ਜਿੱਤਿਆ ਹੈ, ਪੰਜਾਬ ਨੂੰ ਜਿੱਤਿਆ ਨਹੀਂ। ਪੰਜਾਬ ਦੀਆਂ ਪਾਵਰ ਸਸਪੈਂਡ ਕੀਤੀਆਂ ਸੀ ਵਿਦ ਇੰਸ਼ੋਰੈਂਸ ਕਿ ਜਦੋਂ ਦਲੀਪ ਸਿੰਘ 16 ਸਾਲ ਦਾ ਹੋ ਜਾਏਗਾ ਤੁਹਾਡੀਆਂ ਪਾਵਰਸ ਰੀਸਟੋਰ ਕਰ ਦਿੱਤੀਆਂ ਜਾਣਗੀਆਂ ਜੀ।
1947 ਦੇ ਵਿੱਚ ਸਾਨੂੰ ਜਿਹੜਾ ਸੀ ਇੰਡੀਅਨ ਸਟੇਟ ਨੇ ਭਰੋਸਾ ਦਿੱਤਾ ਸੀ ਵੀ ਪਹਿਲੇ ਆਜ਼ਾਦੀ ਦੀ ਜੰਗ ਜਿੱਤ ਲਈਏ ਨਹਿਰੂ ਗਾਂਧੀ ਵੱਲੋਂ, ਜਦੋਂ ਅਸੀਂ ਆਜ਼ਾਦ ਹੋ ਜਾਾਂਗੇ ਤੇ ਅਸੀਂ ਸਿੱਖ ਭਾਈਚਾਰੇ ਨੂੰ ਤੁਹਾਡਾ ਆਪਦਾ ਖਿੱਤਾ ਦੇ ਦਿਆਂਗੇ। ਪਰ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਹੁਣ ਜਿਹੜੀ ਹੈ ਦਿੱਲੀ ਸਟੇਟ ਹੈ, ਹਿੰਦੂ ਦੇ ਗੁਲਾਮ ਇੱਥੇ ਬਣ ਗਏ। ਸੋ ਉਹ ਜਿਹੜੀ ਜੰਗ ਹੈ, ਜਿਹੜੇ ਪੰਜਾਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਲੈ ਕੇ, ਸਿੱਖਾਂ ਦੀ ਆਜ਼ਾਦੀ ਨੂੰ ਲੈ ਕੇ ਇਕੱਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਜਿਹੜੇ ਇਹ ਲੜਾਈ ਲੜ ਰਹੇ ਨੇ। ਸੋ ਇਸ ਕਰਕੇ ਅਸੀਂ ਇਹ ਡਿਸਾਈਡ ਕੀਤਾ ਹੈ ਕਿ ਜਿਹੜੀ ਸਪੋਰਟ ਹੈ ਲੋਕ ਸਭਾ ਦੀ, ਉਹ ਸਰਦਾਰ ਮਾਨ ਸਾਹਿਬ ਨੂੰ ਕੀਤੀ ਜਾਂਦੀ ਹੈ। ਪਰ ਭਾਈ ਬਲਵੰਤ ਸਿੰਘ ਰਾਜੋਵਾਲੇ ਦੀ ਜਿਹੜੀ ਸਿਸਟਰ ਆ ਬੀਬੀ ਕਮਲਜੀਤ ਕੌਰ, ਉਹ ਵੀ ਚੋਣ ਮੈਦਾਨ 'ਚ ਨੇ, ਉਹ ਵੀ ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੇ ਨੇ। ਉਹ ਕਹਿੰਦੇ ਵੀ ਸਿਮਰਜੀਤ ਮਾਨ ਨੇ ਤਾਂ ਕਾਫੀ ਚੋਣਾਂ ਲੜੀਆਂ ਨੇ ਤੇ ਇੱਕ ਤੁਸੀਂ ਵੋਟ ਹੁਣ ਬੰਦੀ ਸਿੰਘਾਂ ਦੇ ਨਾਮ ਤੇ ਪਾਓ। ਇਹ ਜਿਹੜੇ ਬੀਬੀ ਜੀ ਨੇ, ਕਮਲਜੀਤ ਕੌਰ ਨੇ, ਵੈਸੇ ਤੇ ਜਿਹੜੇ ਰਾਜੋਆਣਾ ਸਾਹਿਬ ਨੇ ਪਹਿਲੇ ਵਿਨ ਓਵਰ ਹੋ ਗਏ ਨੇ ਸਟੇਟ ਵੱਲੋਂ, ਹਨਾ। ਲਗਾਤਾਰ ਹੀ ਤੁਸੀਂ 10-12 ਸਾਲ ਤੋਂ ਵੇਖ ਰਹੇ ਹੋ ਕਿ ਲਗਾਤਾਰ ਜਿਹੜੇ ਸਿੱਖ ਸਟਰਗਲ ਕਰ ਰਹੇ ਨੇ। ਮੈਂ ਨਹੀਂ ਜਾਣਦਾ ਕਿ ਕਿਹੜਾ ਪ੍ਰੈਸ਼ਰ ਹੈ ਭਾਈ ਬਲਵੰਤ ਸਿੰਘ ਰਾਜੋਆਣੇ, ਕਦੇ ਭਾਈ ਜਗਤਾਰ ਸਿੰਘ ਹਵਾਰੇ ਦੇ ਖਿਲਾਫ ਬੋਲਦੇ ਨੇ, ਕਦੇ ਪਿਓਰੇ ਦੇ ਖਿਲਾਫ ਬੋਲਦੇ ਨੇ, ਕਦੇ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਬੋਲਦੇ ਨੇ। ਉਹ ਕਿਹੜਾ ਪ੍ਰੈਸ਼ਰ ਹੈ ਇਹਨਾਂ ਤੇ? ਸੋ ਜਿਹੜੀ ਬੰਦੀ ਸਿੰਘਾਂ ਵਾਲੀ ਗੱਲ ਹੈ, ਮੈਂ ਤੁਹਾਨੂੰ ਦੋਨੋਂ ਪੱਖ ਲੋਕ ਕਨਫਿਊਜ਼ਡ ਨੇ ਕਿ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਨੇ ਬਾਹਰ ਕਢਾਇਆ ਨਹੀਂ ਹੈਗਾ। ਜਿਹੜਾ ਸਰਦਾਰ ਮਾਨ ਤੇ ਐਫਆਈਆਰ ਸੀ, ਉਹ ਸੀ ਦੇਸ਼ ਦਾ ਵੀ ਜ਼ਿਕਰ ਆਉਂਦਾ ਵੀ ਅਕਾਲੀ ਦਲ ਵੀ ਕਹਿੰਦਾ ਵੀ ਇੱਕ ਸਮੇਂ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਸੀ, ਉਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਕੌਮ ਨੇ ਜੇਲ੍ਹ ਚੋਂ ਬਾਹਰ ਕਢਵਾਇਆ ਸੀ। ਉਹਦਾ ਜਵਾਬ ਦੇਣਾ ਸੀ। ਜਿਹੜੀ ਗੱਲ ਅੱਜ ਬਾਦਲ ਕਹਿੰਦਾ ਕੌਮ ਨੇ ਪਾਈਆਂ, ਤੁਸੀਂ ਤੇ ਸਾਡੇ ਖਿਲਾਫ ਕੈਂਡੀਡੇਟ 89 'ਚ ਖੜੇ ਕੀਤੇ ਨੇ। ਜਦੋਂ ਸਰਦਾਰ ਮਾਨ ਨੂੰ ਪੰਥ ਨੇ ਉਮੀਦਵਾਰ ਬਣਾ ਕੇ ਆਜ਼ਾਦ ਸਾਡੇ ਬੰਦੇ ਜਿਤਾਏ ਨੇ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ 'ਚ ਇਹਨੂੰ ਦੱਸੋ ਵੀ ਤੂੰ ਬੰਦੇ ਖੜੇ ਕੀਤੇ ਕਿ ਨਹੀਂ ਕੀਤੇ। ਉਦੋਂ ਜਿਹੜੀਆਂ ਇਹਦੇ ਸੁਖਦੇਵ ਸਿੰਘ ਢੀਂਡਸੇ ਉਹਨਾਂ ਦੀਆਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ 89 ਦੇ ਵਿੱਚ। ਸੋ ਮੈਂ ਤੁਹਾਨੂੰ ਡਿਫਰੈਂਸ ਦੱਸਣਾ ਚਾਹੁੰਦਾ ਕਿ ਇੰਡੀਅਨ ਸਟੇਟ ਨੇ ਸਰਦਾਰ ਮਾਨ ਸਾਹਿਬ ਤੇ ਇੱਕ ਪਰਚਾ ਦਰਜ ਕੀਤਾ ਸੀ ਕਿ ਫੋਟੋ ਸਟੇਟ ਕਾਗਜ਼ ਮਿਲੇ ਨੇ, ਜਿਸ ਤੋਂ ਇਹਨਾਂ ਦੇ ਖਿਲਾਫ ਜਿਹੜੀ ਹੈ, ਇਹ ਦੇਸ਼ ਦੇ ਖਿਲਾਫ ਜਿਹੜਾ ਤੋੜਨਾ ਚਾਹੁੰਦੇ ਨੇ, ਤਾਂ ਇਹਨਾਂ ਨੇ ਐਫਆਈਆਰ ਲੌਂਚ ਕੀਤੀ ਸੀ ਦੇਸ਼ ਧਰੋਹ ਦੀ। ਉਹ ਜਿਹੜੀ ਫੋਟੋ ਕਾਪੀਆਂ ਸੀ, ਸਰਕਾਰ ਕੋਰਟ ਵਿੱਚ ਪ੍ਰੂਵ ਨਹੀਂ ਕਰ ਸਕੀ, ਜਿਹਦੇ ਕਰਕੇ ਇਹਨਾਂ ਨੂੰ ਕੇਸ ਵਾਪਸੀ ਲੈਣਾ ਪਿਆ, ਹਨਾ। ਮਾਨ ਸਾਹਿਬ ਉਸ ਕਰਕੇ ਬਾਹਰ ਆਏ ਨੇ। ਰਾਜੋਆਣੇ ਦੇ ਕੇਸ ਵਿੱਚ ਡਿਫਰੈਂਸ ਇਹ ਹੈਗਾ ਕਿ ਜਿਹੜਾ ਬਲਵੰਤ ਸਿੰਘ ਰਾਜੋਆਣਾ ਹੈਗਾ, ਇਹਨੂੰ ਸੈਸ਼ਨ ਕੋਰਟ ਨੇ ਚੰਡੀਗੜ੍ਹ ਦੀ ਨੇ ਬੇਅੰਤ ਸਿੰਘ ਮੁੱਖ ਮੰਤਰੀ ਕਤਲ ਕੇਸ ਫਾਂਸੀ ਦੀ ਸਜ਼ਾ ਦਿੱਤੀ ਹੈ, ਜਿਹਨੂੰ ਇਹਨੇ ਹਾਈ ਕੋਰਟ 'ਚ ਚੈਲੰਜ ਨਹੀਂ ਕੀਤਾ। ਸੋ ਜਿਹੜੀ ਬੀਬੀ ਗੱਲ ਕਰ ਰਹੀ ਹੈ ਕਿ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਨੇ, ਅੱਜ ਬਾਦਲ ਪੋਲੀਟੀਕਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਬੀਬੀ ਕਮਲਜੀਤ ਕੌਰ ਨੂੰ ਤੇ ਬਲਵੰਤ ਸਿੰਘ ਰਾਜੋਆਣੇ ਨੂੰ ਪੁੱਛਣਾ ਚਾਹੁੰਦਾ ਹੈ ਕਿ 95 ਤੋਂ ਲੈ ਕੇ ਹੁਣ ਤੱਕ 27 ਸਾਲ ਹੋ ਗਏ ਨੇ। ਤੇਰਾ ਬਾਦਲ ਦਲ 3 ਵਾਰੀ ਪੰਜਾਬ ਦੀ ਅਸੈਂਬਲੀ ਤੇ ਕਬਜ਼ ਲਿਆ, ਔਰ ਓਪੋਜੀਸ਼ਨ 'ਚ ਵੀ ਰਹੇ ਨੇ, ਲੋਕ ਸਭਾ 'ਚ ਵੀ ਰਹੇ ਨੇ ਤੇ ਰਾਜ ਸਭਾ 'ਚ ਵੀ ਰਹੇ ਨੇ, ਹਨਾ। ਇਹ ਸੈਂਟਰ 'ਚ ਮਿਨਿਸਟਰੀਆਂ ਵੀ ਹੰਡਾਈਆਂ ਨੇ, ਔਰ ਪੰਜਾਬ 'ਚ ਇਹਨਾਂ ਨੇ ਸਰਕਾਰ ਵੀ ਹੰਡਾਈ ਹੈ। ਕੋਈ ਇੱਕ ਰੈਜੂਲੇਸ਼ਨ 27 ਸਾਲ 'ਚ ਸਾਨੂੰ ਦੱਸ ਦੇਣ ਵੀ ਜਿਹੜਾ ਇਹਨਾਂ ਨੇ ਬੰਦੀ ਸਿੱਖਾਂ ਦੀ ਰਿਲੀਜ਼ ਲਈ ਪਾਇਆ ਹੋਏ। ਦੂਜੀ ਗੱਲ ਹੈ ਕਿ ਬੀਬੀ ਜੀ ਨੂੰ ਪੁੱਛਣਾ ਚਾਹੁੰਦਾ ਵੀ ਐਸਾ ਕਿਹੜਾ ਸਵਾਲ ਹੈ, ਅਸੀਂ ਤਾਂ ਨਹੀਂ ਕੋਈ ਇੰਸ਼ੋਰੈਂਸ ਦਿੱਤੀ ਵੀ ਅਸੀਂ ਪਾਰਲੀਮੈਂਟ ਜਾਵਾਂਗੇ ਬਾਹਰ ਕੱਢ ਦਿਆਂਗੇ। ਤੂੰ ਕਿਹੜਾ ਸਵਾਲ ਹੈ ਜਿਹੜਾ ਬਾਦਲਾਂ ਨੇ ਨਹੀਂ 27 ਸਾਲਾਂ 'ਚ ਪੁੱਛਿਆ ਤੇ ਤੇਰੇ ਪੁੱਛਿਆ ਜਿਹੜੇ ਬੰਦੀ ਸਿੰਘ ਮੋਦੀ ਨੇ ਝੱਟ ਛੱਡ ਦੇਣੇ ਨੇ। ਸਾਰਾ ਪੰਥ ਮੋਦੀ ਨੂੰ ਕਹਿ ਰਿਹਾ ਕਿ ਸਾਨੂੰ ਮੁਲਾਕਾਤ ਦਾ ਟਾਈਮ ਦੇ, ਅਸੀਂ ਤਿੰਨਾਂ ਬੰਦੀ ਸਿੰਘਾਂ ਦੇ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਹਾਂ। ਮੋਦੀ ਸਾਹਿਬ ਤਾਂ ਸਾਨੂੰ ਟਾਈਮ ਹੀ ਨਹੀਂ ਦੇ ਰਹੇ। ਸੋ ਇਹ ਜਿਹੜੀ ਪੋਲੀਟਿਕਸ ਹੈ, ਇਹਦੇ ਪ੍ਰਤੀ ਭਾਈ ਜਗਤਾਰ ਸਿੰਘ ਤਾਰਾ ਨੇ 2019 'ਚ ਬਹੁਤ ਕਲੀਅਰ ਕੱਟ ਪ੍ਰੈਸ ਨੂੰ ਚਿੱਠੀ ਲਿਖ ਕੇ ਕਹੀ ਸੀ। ਅਜੇ ਤੱਕ ਸਥਿਤੀ ਇਹ ਹੈਗੀ ਹੈ ਕਿ ਇੰਡੀਅਨ ਸਟੇਟ ਕਸ਼ਮੀਰੀਆਂ ਨਾਲ ਤਾਂ ਗੱਲ ਕਰ ਰਹੀ ਹੈ, ਨਾਗਿਆਂ ਨਾਲ ਗੱਲ ਕਰ ਰਹੀ ਹੈ, ਈਸਟਰਨ ਸਟੇਟਸ ਦੇ ਵਿੱਚ ਬੰਦਿਆਂ ਨਾਲ ਗੱਲ ਕਰ ਰਹੀ ਹੈ, ਪਰ 84 ਤੋਂ ਬਾਅਦ ਪਿਛਲੇ ਜਿਹੜੇ ਕਹਿ ਲਓ ਕਿ 38 ਸਾਲਾਂ ਦੇ ਵਿੱਚ ਇੰਡੀਅਨ ਸਟੇਟ ਨੇ ਸਿੱਖਾਂ ਦੇ ਮਸਲਿਆਂ ਤੇ ਕਦੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ, ਔਰ ਨਾ ਹੀ ਸਾਨੂੰ ਬੁਲਾਇਆ। ਅੱਜ ਵੀ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਸਟੈਂਡ ਸੀ ਵੀ ਸਭ ਤੋਂ ਪਹਿਲੇ ਤੇ ਇੰਡੀਅਨ ਸਟੇਟ ਸਪਸ਼ਟ ਕਰੇ ਵੀ ਉਹ ਬੰਦੀ ਸਿੱਖਾਂ ਨੂੰ ਕਿਹੜੀਆਂ ਸ਼ਰਤਾਂ ਤੇ ਛੱਡਣੀਆਂ ਚਾਹੁੰਦੀ ਹੈ। ਕਿਉਂਕਿ ਜਦੋਂ ਰਾਸ਼ਟਰਪਤੀ ਛੱਡਦਾ ਹੈ, ਹੁਣ ਤੇ ਸੁਪਰੀਮ ਕੋਰਟ ਦੀਆਂ ਜਜਮੈਂਟਸ ਆ ਗਈਆਂ ਨੇ, ਤੁਸੀਂ ਰਮਿਸ਼ਨ ਦੇ ਸਕਦੇ ਹੋ, ਤੁਸੀਂ ਮਾਫੀ ਦੇ ਸਕਦੇ ਹੋ। ਉਹਦੇ ਤੌਰ ਤੇ ਸ਼ਰਤਾਂ ਲਾਈਆਂ ਜਾਂਦੀਆਂ ਨੇ ਕਿ ਤੁਸੀਂ ਮਾਫੀ ਮੰਗੋ, ਤੁਹਾਡੇ ਤੇ ਆਹ ਕੰਡੀਸ਼ਨਸ ਲੱਗਣਗੀਆਂ ਤੇ ਫਿਰ ਤੁਹਾਨੂੰ ਛੱਡਾਂਗੇ। ਤੇ ਭਾਈ ਜਗਤਾਰ ਸਿੰਘ ਤਾਰੇ ਦਾ ਬੜਾ ਕਲੀਅਰ ਸਟੈਂਡ ਹੈ ਕਿ ਜਿਹੜੇ ਬੰਦੀ ਸਿੱਖ ਹੈ, ਮਾਫੀ ਮੰਗ ਕੇ ਤੇ ਸ਼ਰਤਾਂ ਦੇ ਉੱਪਰ ਜਿਹੜਾ ਕਦੇ ਵੀ ਬਾਹਰ ਨਹੀਂ ਆਉਣਗੇ। ਸੋ ਇਹ ਬੀਬੀ ਜੀ ਨੇ ਪਤਾ ਨਹੀਂ ਕਿਹਦੇ ਨਾਲ ਸਲਾਹ ਕੀਤੀ ਹੈ, ਕਿਹੜੇ ਬੰਦੀ ਸਿੰਘ ਨੂੰ ਮਿਲੀ ਹੈ, ਮੈਨੂੰ ਨਹੀਂ ਪਤਾ ਹੈਗਾ। ਤੇ ਸੁਖਬੀਰ ਕਿਹਨੂੰ ਮਿਲਿਆ, ਸੁਖਬੀਰ ਦੱਸ ਸਕਦਾ ਹੈ। ਫਿਰ ਇਹਨਾਂ ਦੇ ਡਬਲ ਸਟੈਂਡਰਡਸ ਨੇ। ਇਹ ਬੀਬੀ ਦੀ ਮੱਤ ਮਾਰੀ ਗਈ ਹੈ
ਔਨ ਰਿਕਾਰਡ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗਿਆ ਹੈ। 2012 ਦੇ ਵਿੱਚ ਜਦੋਂ ਰਾਜੋਆਣਾ ਸਾਹਿਬ ਨੂੰ ਫਾਂਸੀ ਦੀ ਗੱਲ ਚੱਲੀ ਸੀ, ਉਦੋਂ ਪੰਜਾਬ 'ਚ ਡੈਮੋਸਟ੍ਰੇਸ਼ਨਸ ਹੋਈਆਂ ਨੇ ਔਰ ਬਾਦਲ ਗੌਰਮੈਂਟ ਨੇ ਜਿਹੜਾ ਸਭ ਤੋਂ ਵੱਡਾ ਕ੍ਰਿਮੀਨਲ ਤੇ ਮਰਡਰਰ ਪੁਲਿਸ ਅਫਸਰ ਸਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਇਆ ਹੈ। ਜਦੋਂ ਸਮੇਤ ਸੈਣੀ ਦੀ ਡੀਜੀਪੀ ਦੀ ਅਪਾਇੰਟਮੈਂਟ ਮੈਂ ਚੈਲੰਜ ਕੀਤੀ ਹੈ, ਉਦੋਂ ਬਾਦਲ ਸਰਕਾਰ ਦਾ ਕੋਰਟ ਵਿੱਚ ਸਟੈਂਡ ਸੀ ਕਿ ਰਾਜੋਆਣਾ ਖਤਰਨਾਕ ਅੱਤਵਾਦੀ ਹੈ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਹ ਹਾਈ ਕੋਰਟ ਦੀਆਂ ਔਨ ਰਿਕਾਰਡ ਗੱਲਾਂ ਨੇ। ਤੁਸੀਂ ਇੱਕ ਪਾਸੇ ਕਹਿੰਦੇ ਹੋ ਜਗਤਾਰ ਸਿੰਘ ਹਵਾਰਾ ਅੱਤਵਾਦੀ ਹੈ, ਕਾਤਲ ਹੈ, ਦੂਜੇ ਪਾਸੇ ਉਹ ਜਿਹੜੇ ਪੇਟੂ ਜਾਂ ਸ਼ਿਵ ਸੈਨਾ ਵਾਲਾ ਹੈਗਾ ਜਿਹਨੂੰ ਹਵਾਰੇ ਨੇ ਥੱਪੜ ਮਾਰਿਆ ਸੀ, ਮੈਨੂੰ ਉਹਦਾ ਨਾਂ ਯਾਦ ਭੁੱਲ ਗਿਆ ਹੈ, ਉਹਨਾਂ ਨਾਲ ਤੁਸੀਂ ਅਲਾਈਅੰਸ ਕਰਦੇ ਹੋ। ਨਿਸ਼ਾਨ ਸ਼ਰਮਾ ਹੈ, ਉਹਨਾਂ ਨਾਲ ਤੁਸੀਂ ਜੱਫੀਆਂ ਪਾ ਰਹੇ ਹੋ, ਉਹਨਾਂ ਨੂੰ ਤੁਸੀਂ ਸਿਕਿਉਰਿਟੀਜ਼ ਦੇ ਰਹੇ ਹੋ। ਫਿਰ ਮੈਂ ਇਹ ਬੀਬੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੇਰੀ ਇਹ ਬਾਦਲ ਗੌਰਮੈਂਟ ਜਿਹਦੇ ਤੇ ਤੂੰ ਦਾਅਵਾ ਕਰ ਰਹੀ ਹੈ ਵੀ ਬਾਦਲ ਨਾਲ ਰਲ ਕੇ ਮੈਂ ਬੰਦੇ ਛਡਾ ਦੇਣੇ ਨੇ, ਕਿ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਔਰ ਜਗਤਾਰ ਸਿੰਘ ਹਵਾਰਾ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਕਿ ਸਾਨੂੰ ਜਿਹੜਾ ਪੰਜਾਬ ਦੀ ਜੇਲ੍ਹਾਂ 'ਚ ਸ਼ਿਫਟ ਕਰ ਦਿਓ, ਤੇ ਪੰਜਾਬ ਸਰਕਾਰ ਨੇ, ਬਾਦਲ ਦੀ ਗੌਰਮੈਂਟ ਨੇ ਤੈਨੂੰ ਅਪੋਜ਼ ਕੀਤਾ ਹੈ। ਉਹ ਤੁਸੀਂ ਤਾਂ ਸਾਡੀਆਂ ਜੇਲ੍ਹਾਂ ਸ਼ਿਫਟ ਕਰਕੇ ਰਾਜ਼ੀ ਨਹੀਂ ਹੈਗੇ, ਤੇ ਸਾਨੂੰ ਛਡਾਉਣ ਲਈ ਤੁਸੀਂ ਕਿੱਥੋਂ ਜਾਓਗੇ? ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਅੱਜ, ਉਹ ਕਹਿੰਦੇ ਵੀ ਬੰਦੀ ਸਿੰਘਾਂ ਦੇ ਲਈ ਸਿਮਰਜੀਤ ਮਾਨ ਇਹ ਚੋਣ ਛੱਡ ਦੇਣ। ਅਸੀਂ 2024 ਦੇ ਵਿੱਚ ਜਿੱਥੋਂ ਉਹ ਕਹਿਣਗੇ MP ਸੀਟ ਤੋਂ ਅਸੀਂ ਖੁਦ ਅਕਾਲੀ ਦਲ ਵੱਲੋਂ ਚੋਣ ਲੜਾਵਾਂਗੇ। ਦੇਖੋ, ਪਹਿਲੀ ਤਾਂ ਗੱਲ ਹੈ ਵੀ ਜਿਹੜੀ ਤੁਸੀਂ ਸੁਖਬੀਰ ਦੀ ਗੱਲ ਕਰ ਰਹੇ ਹੋ, ਅਸੀਂ ਤੇ ਤੁਸੀਂ ਤੁਹਾਡੇ ਮੀਡੀਆ 'ਚ ਹੀ ਦੇਖਿਆ ਹੈ ਕਿ ਮਤਲਬ ਉਸ ਬੰਦੇ ਨੂੰ ਤਾਂ ਇਹ ਨਹੀਂ ਪਤਾ ਖਾਦੀ ਪੀਤੀ ਸੀ ਕਿ ਉਹਦਾ ਬਾਪ ਕੌਣ ਹੈ। ਜਿਹੜਾ ਬੰਦਾ ਬਾਪ ਨੂੰ ਵੀ ਆਪਦੇ ਨੂੰ ਕਹਿੰਦਾ ਹੈ ਕਿ ਮੇਰੇ ਪਿਤਾ ਸਮਾਨ ਹੈਗਾ ਹੈ ਨਾ, ਤੇ ਅੱਜ ਜਿਹਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ, ਉਹ ਸਾਨੂੰ ਕੀ ਇੰਸ਼ੋਰੈਂਸ ਦਊਗਾ ਵੀ ਤੁਹਾਨੂੰ ਬਣਾ ਦਿਆਂਗੇ? ਜੇ ਸਰਦਾਰ ਮਾਨ ਨੇ ਚੀਫ ਮਿਨਿਸਟਰ ਬਣਨਾ ਹੁੰਦਾ ਤੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ 91 'ਚ ਸਰਕਾਰ ਨਾਲ ਸਮਝੌਤਾ ਕਰਕੇ ਪੰਜਾਬ ਦਾ ਚੀਫ ਮਿਨਿਸਟਰ ਹੁੰਦਾ ਹੈ। ਸਾਨੂੰ ਤਾਂ ਕੇਂਦਰ ਦੀ ਗਵਰਨਮੈਂਟ ਬਾਰ-ਬਾਰ ਕਹਿ ਰਹੀ ਹੈ ਕਿ ਤੁਸੀਂ ਖਾਲਿਸਤਾਨ ਛੱਡੋ, ਕੌਮ ਦੀ ਗੱਲ ਛੱਡੋ, ਤੇ ਅਸੀਂ ਤੁਹਾਨੂੰ ਚੀਫ ਮਿਨਿਸਟਰੀ ਦੇ ਦਿੰਦੇ ਹਾਂ। ਬਾਦਲ ਤੇ ਡਿਸਕ੍ਰੈਡਿਟ ਹੋ ਚੁੱਕਿਆ ਹੈ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਕਹਿ ਰਿਹਾ 24 ਛੱਡ ਦੇਵਾਂਗੇ, ਤੁਸੀਂ ਜੇ ਇੰਨੇ ਤਗੜੇ ਹੋ ਤਾਂ ਉਹਨੂੰ ਆਪ ਦੀ ਟੀਮੀ ਨੂੰ, ਹਰਸਿਮਰਤ ਨੂੰ ਕਹਿ ਤੂੰ ਆਪ ਐਡਾ ਵੱਡਾ ਲੀਡਰ ਹੈ, ਤੂੰ ਰਿਜ਼ਾਈਨ ਕਰ ਤੇ ਬੀਬੀ ਨੂੰ ਬਾਈ ਇਲੈਕਸ਼ਨ ਉੱਥੋਂ ਲੜਾ ਦਿੰਦੇ। ਜੇ ਤੇਰੇ 'ਚ ਹਿੰਮਤ ਹੈਗੀ ਹੈ, ਰਿਜ਼ਾਈਨ ਕਰ, ਕਿਉਂ ਨਹੀਂ ਕਰਦਾ? ਜੇ ਤੈਨੂੰ ਪਤਾ ਵੀ ਤੂੰ ਲੋਕਾਂ ਨੂੰ ਬਣਾ ਸਕਦਾ ਹੈ ਤੇ ਆਪੇ ਬਣਾ ਕੇ ਵੇਖ ਲੈ। ਇੱਕ ਹੋਰ ਚਿੱਠੀ ਦਾ ਵੀ ਜ਼ਿਕਰ ਹੁੰਦਾ, ਤੁਸੀਂ ਭਾਈ ਜਗਤਾਰ ਸਿੰਘ ਤਾਰਾ ਦੀ ਚਿੱਠੀ ਲੈ ਕੇ ਆਏ ਹੋ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਸਮਰਥਨ ਦੇ ਲਈ। ਹੁਣ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚਿੱਠੀ ਹੈ ਜੇਲ੍ਹ ਦੇ ਵਿੱਚੋਂ, ਉਹ ਸਿਮਰਜੀਤ ਮਾਨ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਵੀ ਤਾਂ ਮਹਿਲਾਂ 'ਚ ਰਹਿੰਦੇ ਨੇ, ਏਜੰਸੀਆਂ ਉਹਨਾਂ ਨੂੰ ਹਰ ਮੁਲਕ ਦਾ ਵੀਜ਼ਾ ਦਿੰਦੀਆਂ ਨੇ। 1999 ਦੇ ਵਿੱਚ ਉਹਨਾਂ ਨੇ ਚੋਣ ਤੋਂ ਲੈ ਕੇ ਚੋਣ ਲੜਦੇ ਆ ਰਹੇ ਨੇ। ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ, ਉਹਦਾ ਵੋਟ ਖਰਾਬ ਕਰਨ ਵਾਲਾ ਕੰਮ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੀ ਰਾਜੋਆਣਾ ਸਾਹਿਬ, ਤੁਸੀਂ ਤੇ ਬਹੁਤ ਅਪੀਲਸ ਕੀਤੀਆਂ ਨੇ ਲਗਾਤਾਰ। ਤੁਹਾਡਾ ਬਾਦਲ 89 ਤੋਂ ਬਾਅਦ 3 ਵਾਰੀ ਚੀਫ ਮਿਨਿਸਟਰ ਬਣ ਗਿਆ ਹੈ, 3-4 ਵਾਰੀ ਉਹਨਾਂ ਨੇ ਸੈਂਟਰਸ ਵਜ਼ੀਰੀਆਂ ਵੀ ਹੰਡਾ ਲੀਆਂ ਨੇ। ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਬਾਦਲ ਸਾਹਿਬ ਨੇ ਕੀ ਕਰ ਲਿਆ ਹੈ? ਤੇ ਜਿਹੜੀ ਗੱਲ ਕਹਿੰਦਾ ਹੈ ਜ਼ਗੀਰਦਾਰ ਹੈ, ਉਹ ਸਾਰੀ ਦੁਨੀਆ ਨੂੰ ਪਤਾ ਹੈ ਵੀ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡੇ ਦੂਸਰੇ ਨੰਬਰ ਦੇ ਅਮੀਰ ਸਿੱਖ ਸੀ, 326 ਮਰਬੇ ਉਹਨਾਂ ਕੋਲ ਜ਼ਮੀਨ ਸੀ। ਔਰ ਇਹ ਉਹਨਾਂ ਦੀ ਬਿਊਟੀ ਹੈਗੀ ਹੈ, ਇਹ ਉਹਨਾਂ ਦੇ ਅੰਦਰ ਵਿੱਚ ਖੂਨ ਦੀ ਗੱਲ ਹੈ ਕਿ ਉਹ ਬੰਦਾ ਜਿਹੜਾ ਵਾ ਮਹਿਲਾਂ ਨੂੰ ਛੱਡ ਕੇ ਅੱਜ ਵੀ ਇੱਥੇ ਜਿਹੜਾ ਵਾ ਇੰਨੀ ਗਰਮੀ ਦੇ ਵਿੱਚ ਲੋਕਾਂ ਦੇ ਵਿੱਚ ਜੂਝ ਰਿਹਾ ਹੈ, ਰੂੜੀਆਂ ਤੇ ਢੇਰਾਂ ਤੇ ਸੜਕਾਂ ਤੇ ਖੜ ਕੇ ਲੜਾਈ ਲੜ ਰਿਹਾ ਹੈ। ਤੇ ਇੱਥੇ ਤੇਰੇ ਜਿਹੜੇ ਚੇਲੇ ਬਾਲਕੇ ਨੇ, ਜਿਨ੍ਹਾਂ ਬੰਦਿਆਂ ਦੀ 2-2, 3-3, 4-4 ਕਨਾਲ ਜ਼ਮੀਨ ਸੀ, ਕਨਾਲਾਂ ਦੇ ਵਿੱਚ ਮਾਲਕ ਨੇ, ਅੱਜ ਉਹ ਅਰਬਾਂਪਤੀ ਹੋ ਗਏ ਨੇ। ਜਿਹੜੇ ਬਾਦਲ ਦਾ ਤੂੰ ਅੱਜ ਮਾਊਥਪੀਸ ਬਣ ਗਿਆ ਹੈ ਹਨਾ, ਉਹ ਇੱਕ ਜਿਹੜੀ ਉਹ ਦੇਖ ਲਓ, ਅੱਜ ਵੀ ਮੁਕਤਸਰ ਦੀ ਸੇਮ ਵਾਲੀ ਜ਼ਮੀਨ ਹੈ, 40-41 ਕਿੱਲੇ, 40 ਮਤਲਬ ਜਿਹੜੇ ਸੇਮ ਦੀ ਜ਼ਮੀਨ ਦਾ ਮਾਲਕ ਅੱਜ ਅਰਬਾਂ ਖਰਬਾਂ 'ਚ ਜਾਇਦਾਦਾਂ ਬਣਾ ਗਿਆ ਹੈ। ਐਡੀ ਵੱਡੀ ਟਰਾਂਸਪੋਰਟ ਹੈ, ਮੀਡੀਆ ਹਾਊਸ ਖੜਾ ਕਰ ਲਿਆ ਹੈ, ਹੋਟਲ ਖੜੇ ਕਰ ਲਏ ਨੇ। ਉਹਨੂੰ ਸਵਾਲ ਕਰ। ਔਰ ਰਾਜੋਆਣਾ ਸਾਹਿਬ ਨੂੰ ਇਹ ਚਾਹੀਦਾ ਸੀ ਵੀ ਇਹ ਅਕਾਲੀ ਦਲ ਦੀ ਹਿਸਟਰੀ ਵਿੱਚ ਪਿਛਲੇ 100 ਸਾਲ ਦੇ ਵਿੱਚ ਪਹਿਲੇ 2 ਗੈਰ ਅੰਮ੍ਰਿਤਧਾਰੀ ਬੰਦੇ ਨੇ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਬਣੇ ਨੇ। ਨਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਬਾਵਜੂਦ ਵੀ ਬਿਨਾਂ ਅੰਮ੍ਰਿਤਧਾਰੀ ਪ੍ਰਧਾਨ ਹੈ। ਉਵੇਂ ਸੁਖਬੀਰ, ਸਾਰਿਆਂ ਨੂੰ ਪਤਾ ਵੀ ਪਤਾ ਨਹੀਂ ਕੀ ਕੁਝ ਖਾਂਦਾ ਪੀਂਦਾ ਹੈਗਾ, ਉਸ ਦੇ ਬਾਵਜੂਦ ਵੀ ਗੈਰ ਅੰਮ੍ਰਿਤਧਾਰੀ ਪ੍ਰਧਾਨ ਬਣਿਆ। ਸੋ ਇਹ ਜਿਹੜੀ ਰਾਜੋਆਣਾ ਸਾਹਿਬ ਦਾ ਸਵਾਲ ਹੈ, ਇਹ ਤਾਂ ਮਤਲਬ ਇਹ ਲਗਾਤਾਰ ਜਿਹੜੇ ਪੰਥਕ ਲੋਕ ਨੇ, ਜਿਹੜੇ ਪੰਜਾਬ ਦੀ ਆਜ਼ਾਦੀ ਦੀ, ਸਿੱਖਾਂ ਦੀ ਗੱਲ ਕਰ ਰਹੇ ਆ, ਰਾਜੋਆਣਾ ਸਾਹਿਬ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਅੱਜ ਮੈਂ ਇੱਕ ਗੱਲ ਤੁਹਾਨੂੰ ਕਨਕਲੂਡ ਕਰਨ ਲੱਗਿਆ ਸੀ, ਮੇਰੀ ਉਹ ਗੱਲ ਵਿੱਚ ਤੁਸੀਂ ਲੈ ਲਿਓ।
ਇੱਕ ਲੀਡਰ ਹੋਇਆ ਯਾਸਰ ਅਰਾਫਾਤ, ਉਹ ਜਦੋਂ ਆਪਦੀ ਕੌਮ ਦੇ ਨਾਲ ਖੜਾ ਸੀ ਤੇ ਸਟੇਟ ਨੇ ਉਹਨੂੰ ਇੰਟਰਨੈਸ਼ਨਲ ਟੈਰਰਿਸਟ ਡਿਕਲੇਅਰ ਕਰ ਦਿੱਤਾ ਸੀ। ਜਦੋਂ ਉਹ ਸਟੇਟ ਦੇ ਨਾਲ ਚਲਾ ਗਿਆ, ਉਹਨੇ ਆਪਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਆ ਜਾਓ, ਸਟੇਟ ਨਾਲ ਆ ਜਾਓ, ਪਰ ਫਲਸਤੀਨੀ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਅੱਜ ਵੀ ਦੇਖੋ ਫਲਸਤੀਨ 'ਚ ਜੰਗ ਕਰ ਰਹੇ ਨੇ। ਐਵੇਂ ਸਿੱਖ ਹਿਸਟਰੀ ਦੇ ਵਿੱਚ ਗੁਰੂ ਸਾਹਿਬ ਜਦੋਂ ਦਿੱਲੀ ਬਹਾਦਰ ਸ਼ਾਹ ਨੂੰ ਮਿਲ ਕੇ ਸਾਊਥ 'ਚ ਜਾਂਦੇ ਨੇ, ਦੱਖਣ 'ਚ, ਉਹ ਮਾਤਾ ਜੀ ਨੂੰ 150 ਸਿੱਖਾਂ ਦੇ ਨਾਲ ਉੱਥੇ ਛੱਡ ਜਾਂਦੇ ਨੇ ਦਿੱਲੀ ਦੇ ਵਿੱਚ। ਉਹ ਜਿਹੜਾ ਬਹਾਦਰ ਸ਼ਾਹ ਉਹਨਾਂ ਨੂੰ ਪੇ ਕਰਨਾ ਸ਼ੁਰੂ ਕਰ ਦਿੰਦਾ ਹੈ, ਰੋਜ਼ੀਨਾ ਅਵਾਰਡ ਬੋਲਦੇ ਨੇ। ਜਦੋਂ ਬਾਬਾ ਬੰਦਾ ਸਾਹਿਬ ਬਹਾਦਰ ਪੰਜਾਬ ਦੇ ਵਿੱਚ ਸਿੱਖ ਰਾਜ ਤੋਂ ਬਾਅਦ ਫਰਕਸ਼ੀਅਰ ਤੇ ਬਹਾਦਰ ਸ਼ਾਹ ਇਕੱਠੇ ਹੋ ਗਏ, ਉਹਨਾਂ ਦੋਨਾਂ ਨੇ ਜਿਹੜਾ ਸੀ, ਜਦੋਂ ਬਾਬਾ ਬੰਦਾ ਸਾਹਿਬ ਬਹਾਦਰ ਤੇ ਹਮਲਾ ਕਰ ਦਿੱਤਾ ਤੇ ਬਾਬਾ ਬੰਦਾ ਬਹਾਦਰ ਇਹਨਾਂ ਸਿੱਖਾਂ ਕੋਲ ਗਿਆ ਹੈ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਦਿੱਲੀ ਤੇ ਲਾਹੌਰ ਦੇ ਵਿਚਾਲੇ ਸਿੱਖ ਸਟੇਟ ਖੜੀ ਕਰ ਦਿਆਂਗਾ। ਉਹ ਕਹਿੰਦੇ ਬਾਬਾ ਬੰਦਾ ਬਹਾਦਰ ਨੂੰ ਤੂੰ ਪਾਗਲ ਹੋ ਗਿਆ, ਅਸੀਂ ਤਾਂ ਇਹਨਾਂ ਕੋਲ ਜਿਹੜੇ ਗੁਜ਼ਰਤ ਪੱਤੇ ਲੈ ਰਹੇ ਹਾਂ, ਤੂੰ ਵੀ ਲੈ ਲੈ ਸਾਡੇ ਨਾਲ। ਅੱਜ ਇਹ ਜਿਹੜੇ ਬੰਦੇ ਜਿਹੜੇ ਨੇ, ਜਿਹੜੇ ਕਹਿੰਦੇ ਸੀ ਵੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੋਦ ਦਾ ਨਿੱਘ ਮਾਨਿਆ ਤੇ ਅਸੀਂ ਸ਼ਹਾਦਤ ਦੇਣੀ ਹੈ, ਅਸੀਂ ਕੌਮ ਨੂੰ ਆਜ਼ਾਦੀ ਲੈ ਕੇ ਦੇਣੀ ਹੈ, ਉਹ ਸਾਰੇ ਇੰਡੀਅਨ ਸਟੇਟ ਨਾਲ ਮਿਲ ਕੇ ਕੈਟ ਬਣ ਗਏ ਨੇ। ਮੈਜੋਰਿਟੀ ਉਹਨਾਂ ਚੋਂ ਬਾਦਲ ਦਲ 'ਚ ਆ ਗਏ ਨੇ, ਜਿਹੜੇ ਫੈਡਰੇਸ਼ਨਾਂ ਦੇ ਲੀਡਰ ਸੀ ਦੂਜੇ ਚੌਥੇ ਨੇ, ਕੋਈ ਕਾਂਗਰਸ ਚਲਾ ਗਿਆ। ਅੱਜ ਇਹ ਜਿਹੜੇ ਸਟੇਟ ਦੇ ਕੈਟ ਨੇ, ਇਹ ਸਰਦਾਰ ਮਾਨ ਨੂੰ ਕਹਿਣਾ ਚਾਹੁੰਦੇ ਨੇ ਵੀ ਤੂੰ ਦਿੱਲੀ ਨਾਲ ਖੜ ਜਾ, ਪੰਜਾਬ ਨੂੰ ਛੱਡ ਦੇ। ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਤੁਸੀਂ ਦਿੱਲੀ ਨਾਲ ਖੜਨਾ ਹੈ ਕਿ ਪੰਜਾਬ ਨਾਲ ਖੜਨਾ ਹੈ। ਮੈਂ ਇੱਕ ਸਵਾਲ ਹੋਰ ਕਰਦਾ, ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ਤੇ ਸੀ, ਉਹਨਾਂ ਨੇ ਜ਼ਿਕਰ ਕੀਤਾ ਸਿਮਰਜੀਤ ਮਾਨ ਦੀ ਤਲਵਾਰ ਦਾ। ਉਹ ਕਹਿੰਦੇ ਵੀ ਉਹ ਤਲਵਾਰ ਦੀ ਗੱਲ ਕਰਦੇ ਨੇ, ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਭਗਵੰਤ ਸ਼ਰਾਬੀ ਕਿਸਮ ਦਾ ਬੰਦਾ ਹੈ। ਇਹ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਭਗਵੰਤ ਮਾਨ ਨੇ ਕੁਝ ਖਾ ਪੀ ਕੇ ਸਟੇਟਮੈਂਟ ਦਿੱਤੀ ਹੈ। ਸੋ ਜਿਹੜੀ ਕਿਰਪਾਨ ਦੀ ਗੱਲ ਹੈ, ਤੁਸੀਂ ਵੇਖਿਆ ਕਿ ਜਦੋਂ ਸਾਡੀ ਉਹ ਬਾਈ ਇਲੈਕਸ਼ਨ ਸੀ ਅਮਰਗੜ੍ਹ ਦੀ, ਕਿਉਂਕਿ ਗੁਰਬਾਣੀ 'ਚ ਲਿਖਿਆ ਹੈ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਜਿਹੜੀ ਕਿਰਪਾਨ ਹੈ ਸ਼੍ਰੀ ਸਾਹਿਬ ਹੈ, ਸਿੱਖਾਂ ਦਾ ਸਿੰਬਲ ਹੈ ਸੋਵਰਨਿਟੀ ਦਾ। ਇਹ ਭਗਵੰਤ ਨੂੰ ਵਿਚਾਰੇ ਨੂੰ, ਹੁਣ ਅਮਲੀ ਨੂੰ ਥੋੜਾ ਪਤਾ ਹੋ ਸਕਦਾ ਇਹਨਾਂ ਗੱਲਾਂ ਦਾ। ਸੋ ਭਗਵੰਤ ਅੱਜ ਉਸ ਥਿਊਰੀ ਤੇ ਚੱਲ ਰਿਹਾ ਹੈ ਜਿਹੜਾ ਭਗਵੰਤ ਦਾ ਗॉडਫਾਦਰ ਹੈ, ਜਿਹੜੀ ਇਹ ਲਾਲਾ ਕੇਜਰੀਵਾਲ ਕਹਿੰਦਾ ਹੈ ਕਿ ਗਾਂਧੀ ਮੇਰਾ ਗਾਈਡਿੰਗ ਸਪਿਰਿਟ ਹੈਗੀ ਹੈ। ਉਹ ਗਾਂਧੀ ਕਹਿੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਪਟਕਿਆ ਹੋਇਆ ਸਿੱਖ ਹੈ ਨਾ, ਦੇਸ਼ ਭਗਤ ਹੈ। ਤੇ ਉਹ ਜਿਹੜੀ ਕਿਰਪਾਨ ਹੈ ਉਹਦੇ ਹੱਥ 'ਚੋਂ ਅਰਾਜਕਤਾ ਦੀ ਨਿਸ਼ਾਨੀ ਹੈ। ਸੋ ਉਦੋਂ ਇੱਕ ਸਿੱਖ ਸਕਾਲਰ ਨੇ ਜਵਾਬ ਦਿੱਤਾ ਸੀ ਵੀ ਤੁਹਾਨੂੰ ਜਿਹੜਾ ਤਰਸੂਲ ਹੈਗਾ ਹੈ ਸ਼ਿਵਜੀ ਭਗਵਾਨ ਦੇ ਹੱਥ ਵਿੱਚ ਤੇ ਦੂਜੀਆਂ ਜਿਹੜੀਆਂ ਮਾਤਾਵਾਂ ਦੇ ਹੱਥ 'ਚ ਜਿਹੜੇ ਨੇ, ਉਹ ਨਹੀਂ ਤੁਹਾਨੂੰ ਨਜ਼ਰ ਆਉਂਦੇ। ਅੱਜ ਜਿਹੜਾ ਭਗਵੰਤ ਮਾਨ ਦੀ ਜਿਹੜੀ ਸਟੇਟਮੈਂਟ ਹੈ ਬਹੁਤ ਸਿੱਖ ਵਿਰੋਧੀ ਹੈਗੀ ਹੈ, ਸਿੱਖੀ ਦੇ ਖਿਲਾਫ ਹੈ। ਤੇ ਭਗਵੰਤ ਮਾਨ ਜਿਵੇਂ ਅਸੀਂ ਪਹਿਲੇ ਹੀ ਦਾਅਵਾ ਕਰਦੇ ਸੀ ਵੀ ਇਹ ਦਿੱਲੀ ਦਾ ਹੱਥ ਟੋਕਾ ਹੈਗਾ, ਇਹਨੇ ਪ੍ਰੂਵ ਕਰਤਾ ਵੀ ਜੋ ਦਿੱਲੀ ਕਹੇਗੀ, ਕੋਈ ਪੰਜਾਬ 'ਚ ਨਵਾਂ ਬਦਲਾਅ ਨਹੀਂ ਹੈਗਾ। ਜਿਵੇਂ ਕਾਂਗਰਸੀ ਤੇ ਬਦਲ ਕੇ ਦਿੱਲੀ ਦੀ ਬੋਲੀ ਬੋਲਦੇ ਸੀ, ਭਗਵੰਤ ਵੀ ਅੱਜ ਉਸੇ ਤਰ੍ਹਾਂ ਤੇ ਦਿੱਲੀ ਦੀ ਬੋਲੀ ਬੋਲ ਰਿਹਾ ਹੈ। ਇੱਕ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਗਾਂਧੀ ਪਰਿਵਾਰ ਨੂੰ ਸ਼ਹੀਦ ਮੰਨਦੇ ਨੇ। ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਟਿੱਪਣੀ? ਦੇਖੋ ਜੀ, ਰਾਜੇ ਵੜਿੰਗ ਲਈ ਤਾਂ ਉਹ ਸ਼ਹੀਦ ਛੱਡ ਕੇ ਉਹਨਾਂ ਨੂੰ ਜੋ ਮਰਜ਼ੀ ਦਰਜਾ ਦੇ ਦੇ, ਰੱਬ ਦਾ ਦਰਜਾ ਵੀ ਦੇ ਸਕਦਾ ਹੈ। ਕਿ ਇਹ ਸਾਰਿਆਂ ਨੂੰ ਪਤਾ। ਮੈਂ ਹੁਣ ਇਹ ਮੀਡੀਆ 'ਚ ਬਹੁਤੀ ਬੈਕਗਰਾਉਂਡ ਨਹੀਂ ਦੱਸਣੀ ਚਾਹੁੰਦਾ ਵੀ ਰਾਜੇ ਵੜਿੰਗ ਦੀ ਕੀ ਹੈਗੀ ਹੈ, ਉਹਦਾ ਬਾਪ ਕੀ ਸੀ ਤੇ ਕਿੱਥੋਂ ਕਿਵੇਂ ਆਇਆ ਹੈ। ਜੇ ਕਿਸੇ ਗਰੀਬ ਬੰਦੇ ਨੂੰ ਤੁਸੀਂ ਐਮਐਲਏ ਬਣਾ ਦਿਓ, ਵਜ਼ੀਰ ਬਣਾ ਦਿਓ, ਜਿਹੜਾ ਬੰਦਾ ਨੰਗ ਬੰਦਾ ਹੈ, ਲਗਜ਼ਰੀ ਗੱਡੀਆਂ ਤੇ ਕਰੋੜਾਂ ਦਾ ਮਾਲਕ ਬਣ ਜਾਏ, ਉਹ ਕਿਸੇ ਨੂੰ ਵੀ ਸ਼ਹੀਦ ਕਹਿ ਸਕਦਾ। ਪਰ ਮੈਂ ਇਹਨੂੰ ਰਾਜੇ ਵੜਿੰਗ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਤੇਰੀ ਸ਼ਹੀਦ ਮਾਂ ਇੰਦਰਾ ਗਾਂਧੀ ਹੈ ਤੇ ਤੇਰਾ ਸ਼ਹੀਦ ਪਿਤਾ ਜਿਹੜਾ ਰਾਜੀਵ ਗਾਂਧੀ ਹੈ, ਜਿਵੇਂ ਨਾਜ਼ੀਆਂ ਨੇ ਗੈਸ ਚੈਂਬਰਸ ਦੇ ਵਿੱਚ ਯੂਜ਼ ਨੂੰ ਮਾਰਿਆ ਸੀ ਜਰਮਨ 'ਚ 1984 ਦੇ ਵਿੱਚ, ਸਾਡਾ 25 ਤੋਂ 30 ਹਜ਼ਾਰ ਸਿੱਖ ਕਾਂਗਰਸੀ ਸਟੇਟਾਂ ਦੇ ਵਿੱਚ ਤੇਲ ਪਾ ਕੇ ਜਿਉਂਦੇ ਫੂਕਿਆ ਇਹਨਾਂ ਨੇ। ਤੇ ਰਾਜੇ ਵੜਿੰਗ ਨੂੰ ਪੰਜਾਬ ਦੀ ਧਰਤੀ ਤੇ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਇਹਨੂੰ ਕੋਈ ਗੱਲ ਕਰਨ ਤੋਂ ਪਹਿਲੇ ਸੋਚ ਲੈਣਾ ਚਾਹੀਦਾ ਹੈ। ਇੱਕ ਚਮਚਾਗਿਰੀ ਦੀ ਹੱਦ ਹੈ। ਸੋ ਇਹ ਜਿਹੜਾ ਰਾਜਾ ਵੜਿੰਗ ਹੈ, ਮਤਲਬ ਇਹ ਤੇ ਥੈਂਕਫੁਲ ਹੈਗਾ, ਪਰ ਇਹਨੂੰ ਇਹ ਗੱਲ ਪੰਜਾਬ ਦੇ ਲੋਕ ਜਿਹੜੇ ਆ ਸੰਗਰੂਰ ਦੇ ਦੱਸ ਦੇਣਗੇ ਵੀ ਇਹ ਕੀ ਹੈਗਾ। ਧੰਨਵਾਦ। ਇਹ ਸਨ ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ, ਜੋ ਕਿ ਉਹਨਾਂ ਦੀ ਚਿੱਠੀ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਨੇ। ਸਿਮਰਨਜੀਤ ਮਾਨ ਦੇ ਹੱਕ ਦੇ ਵਿੱਚ ਜਿਹੜਾ ਸਮਰਥਨ ਦਿੱਤਾ ਗਿਆ, ਚਿੱਠੀਆਂ ਦਾ ਦੌਰ ਲਗਾਤਾਰ ਜਾਰੀ ਆ। ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਵੀ ਚਿੱਠੀ ਆਈ ਆ, ਉਹ ਸਵਾਲ ਚੁੱਕ ਰਹੇ ਨੇ ਸਿਮਰਨਜੀਤ ਮਾਨ ਦੇ ਚੋਣ ਲੜਨ ਦੇ ਬਾਰੇ। ਹੁਣ
23 ਜੂਨ ਨੂੰ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਤੇ ਜਿਮਨੀ ਚੋਣ ਦੇ ਵਿੱਚ ਜਿਹੜੇ ਸਾਰੇ ਉਮੀਦਵਾਰ ਨੇ ਉਹ ਪੂਰੇ ਜ਼ੋਰਾਂ ਦੇ ਨਾਲ ਪ੍ਰਚਾਰ ਕਰ ਰਹੇ ਨੇ, ਪਰ ਸੰਗਰੂਰ ਦੇ ਲੋਕਾਂ ਨੇ ਤੈਅ ਕਰਨਾ ਕਿ ਇਸ ਵਾਰ ਕਿਸ ਉਮੀਦਵਾਰ ਨੂੰ ਜੇਤੂ ਕਰਨਾ ਤੇ ਕਿਸ ਉਮੀਦਵਾਰ ਦੇ ਵਿੱਚ ਫਤਵਾ ਦੇ ਕੇ ਉਸ ਨੂੰ ਜਿੱਤਿਆਉਣਾ ਹੈ। ਲਗਾਤਾਰ D5 ਚੈਨਲ ਪੰਜਾਬੀ ਦੇ ਨਾਲ ਜੁੜੇ ਰਹੋ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਪੋੜੇ, D5 ਚੈਨਲ ਪੰਜਾਬੀ, ਚੰਡੀਗੜ੍ਹ। आगे आगे Hey, alert. This is the key time. Your stop is coming. ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।